ਸਤਿਕਾਰਯੋਗ ਸਤਿਗੁਰਾਂ ਦੀ ਸਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ, ਆਪ ਮਾਈ ਭਾਈ ਧੰਤਾ ਦੇ ਯੋਗ ਹੋ, ਜੋ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਗੁਰਮੁਖ ਪਿਆਰਿਆਂ ਦੇ ਪਾਸੋਂ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਸੀ। ਆਓ ਸਾਰੇ ਹੀ ਆਪਣੇ ਕੀਮਤੀ ਸਮੇਂ ਨੂੰ ਗੁਰਬਾਣੀ ਦੇ ਨਾਲ, ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਆਪੋ ਆਪਣੇ ਮਨੋਂ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਕੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ, ਆਓ ਸਰਵਣ ਕਰੋ। ਟੈਂਕਾ ਬਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੀ ਨਾ ਜਾਹੀ। ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ। ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੈ। ਕਵਾੜ ਖੋਲ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ? ਕਵਾੜ ਤਾਂ ਗੁਰਮੁਖ ਪਿਆਰਿਓ ਕਹਿੰਦੇ, ਖੋਲ ਕੇ ਤੂੰ ਕਿਉਂ ਨਹੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਪੁੱਜਦਾ? ਉਹ ਵਾਹਿਗੁਰੂ ਪਰਮੇਸ਼ਰ ਦੇ ਆਤਮਾ ਨੂੰ ਪਰਮਾਤਮਾ ਦੇ ਨਾਲ ਕਿਉਂ ਨਹੀਂ ਮਿਲਾਉਂਦਾ? ਦੇਖ ਅਟਲ ਟਹਿਲ ਕਤੇ ਨਾ ਜਾਵੇ, ਰਹਿ ਲਾਪਟ ਕਟ ਪਰਚੋ ਪਾਵੈ। ਅਹਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕਿ ਹੋਰ ਕਿਧਰੇ ਨਹੀਂ ਜਾਵੇਂਗਾ। ਤੂੰ ਵਾਹਿਗੁਰੂ ਨਾਲ ਚਿੰਬੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋ ਜਾਵੇਗਾ, ਖੁਸ਼ ਹੋ ਜਾਵੇਗਾ। ਠੱਠਾ ਇਹ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਬੜੀ ਕਹਿਣ ਲੱਗੇ, ਇਸ ਮਾਇਆ ਦੇ ਮਾਰਗ ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰ ਰੱਖ। ਇਹ ਮਾਇਆ ਦੇ ਮਾਰਗ ਤੋਂ ਇਸ ਮਨ ਨੂੰ ਦੂਰ ਰੱਖ। ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ। ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਜਿਸ ਸਲੀਏ ਨੇ ਸਾਰੇ ਜਹਾਨ ਨੂੰ ਸਲ ਕੇ ਹੜੱਪ ਕਰ ਲਿਆ ਹੈ। ਸੋ ਠੱਗ ਠੱਗਿਆ ਠਗੌਰ ਮਨ ਆਵੈ, ਮੈਂ ਉਸ ਸਲੀਏ ਨੂੰ ਸਲ ਲਿਆ ਹੈ। ਮੇਰਾ ਚਿੱਤ ਹੁਣ ਆਰਾਮ ਵਿੱਚ ਹੈ। ਡੱਡਾ ਡੇਰਾ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ ਤਾਂ ਹੋਰ ਭੈ ਦੂਰ ਹੋ ਜਾਂਦੇ ਨੇ। ਜਦੋਂ ਪਰਮੇਸ਼ਰ ਦਾ ਡਰ ਮਨ ਦੇ ਵਿੱਚ ਆ ਗਿਆ ਨਾ, ਮਨ ਦੇ ਵਿੱਚ ਡਰ ਰੱਖ ਲਿਆ ਪਰਮੇਸ਼ਰ ਦਾ, ਤਾਂ ਗੁਰਮੁਖ ਪਿਆਰਿਓ ਜਿਹੜੇ ਹੋਰ ਡਰ ਨੇ ਨਾ, ਉਹ ਸਾਰੇ ਦੂਰ ਹੋ ਜਾਂਦੇ ਨੇ। ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।
ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਜਦ ਬੰਦਾ ਪਰਮੇਸ਼ਰ ਦੇ ਭੈ ਨੂੰ ਛੱਡ ਦਿੰਦਾ ਹੈ, ਪਰਮੇਸ਼ਰ ਦਾ ਭੈ ਨਹੀਂ ਮਨ ਦੇ ਵਿੱਚ ਰੱਖਦਾ, ਤਦ ਉਸ ਨੂੰ ਹੋਰ ਡਰ ਆ ਚਿੰਬੜਦੇ ਨੇ। ਜਦੋਂ ਪਰਮੇਸ਼ਰ ਦਾ ਡਰ ਭੈ ਆਪਣੇ ਮਨ ਦੇ ਅੰਦਰ ਨਹੀਂ ਨਾ ਰੱਖਦਾ, ਉਸ ਨੂੰ ਐਟੋਮੈਟਿਕ ਹੋਰ ਭੈ ਆ ਚਿੰਬੜਦੇ ਨੇ। ਬੜੇ ਤਰ੍ਹਾਂ ਦੇ ਭੈ ਨੇ ਜਿਹੜੇ ਬੰਦੇ ਨੂੰ ਆ ਕੇ ਚਿੰਬੜ ਜਾਂਦੇ ਨੇ। ਜੇਕਰ ਉਹ ਡਰ ਰਹਿਤ ਹੋ ਜਾਵੇ ਤਾਂ ਉਸ ਦੇ ਮਨ ਦਾ ਡਰ ਭੱਜ ਜਾਂਦਾ ਹੈ। ਢੱਡਾ ਢੀਂਗ ਟੁੰਡੇ ਕਤਿਆਨਾ, ਢੂੰਡਤ ਹੀ ਟਹਿ ਗਈ ਪ੍ਰਾਨਾ। ਤੂੰ ਉਸ ਨੂੰ ਹੋਰ ਥਾਂ ਹੋਰਨਾਂ ਪਾਸੇ ਕਿਉਂ ਲੱਭਦਾ ਹੈ? ਉਹ ਪਰਮੇਸ਼ਰ ਨੂੰ ਤੂੰ ਹੋਰ ਥਾਂ ਹੋਰਨਾਂ ਪਾਸੇ ਕਿਉਂ ਲੱਭਦਾ ਹੈ? ਹੋਰ ਸਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆਂ ਜ਼ਿੰਦਗੀ ਖਤਮ ਹੋ ਜਾਂਦੀ ਆ। ਲੱਭੀ ਚੱਲ ਪਰਮੇਸ਼ਰ ਨੂੰ, ਸਾਰੀ ਜ਼ਿੰਦਗੀ ਖਤਮ ਹੋ ਜਾਊ ਬੰਦੇ ਦੀ। ਜਿੱਥੋਂ ਲੱਭਣਾ ਹੈ ਉੱਥੋਂ ਇਹ ਲੱਭ ਨਹੀਂ ਰਿਹਾ। ਮਹਾਰਾਜ ਜੀ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਕਹਿੰਦੇ ਕਿਉਂ ਪਰੇਸ਼ਾਨੀਆਂ ਦੇ ਵਿੱਚ ਫਿਰਦਾ? ਆਪਣੇ ਅੰਦਰੋਂ ਪਰਮੇਸ਼ਰ ਨੂੰ ਖੋਜ ਲਾ। ਜੋ ਖੋਜੇ ਸੋ ਪਾਵੇ। ਜਿਹੜਾ ਅੰਦਰੋਂ ਖੋਜਦਾ ਹੈ ਨਾ, ਉਹ ਗੁਰਮੁਖ ਪਿਆਰਿਓ ਪਰਮੇਸ਼ਰ ਨੂੰ ਪਾ ਲੈਂਦਾ। ਆਖੋ ਸਤਨਾਮ। ਕੀ ਕਹਿੰਦੇ ਨੇ ਅੱਗੇ ਸੁਣੋ। ਚੜ ਸੁਮੇਰ ਟੂੰਡ ਜਬ ਆਵਾ, ਜਹ ਗੜ ਗੜਿਓ ਸੋ ਗੜ ਮਾਏ ਪਾਵਾ। ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉੱਤੇ ਚੜ੍ਹ ਕੇ ਵਾਪਸ ਆਇਆ, ਜਦ ਮੈਂ ਉਸ ਨੂੰ ਲੱਭਦਾ ਪਹਾੜ ਤੇ ਚੜ੍ਹ ਕੇ ਵਾਪਸ ਆਇਆ, ਤਾਂ ਮੈਂ ਉਸ ਨੂੰ ਸਰੀਰ ਦੇ ਕਿਲੇ ਅੰਦਰ ਹੀ ਪਾ ਲਿਆ, ਜਿਹੜਾ ਕਿ ਉਸ ਨੇ ਖੁਦ ਬਣਾਇਆ। ਸਰੀਰ ਦਾ ਕਿਲਾ ਕਿਹੜਾ? ਜਿਹੜਾ ਸਾਡਾ ਸਰੀਰ ਆ ਨਾ, ਇਹਦੇ ਵਿੱਚ ਪਰਮੇਸ਼ਰ ਆ। ਬਾਹਰ ਲੱਭਣ ਦੀ ਲੋੜ ਨਹੀਂ। ਸਾਨੂੰ ਗੁਰੂ ਜੀ ਸਮਝਾਉਂਦੇ ਨੇ, ਬਾਹਰ ਲੱਭਣ ਦੀ ਲੋੜ ਨਹੀਂ ਹੈ। ਜਹ ਗੜ ਗੜਿਓ ਸੋ ਗੜ ਮਹਿ ਪਾਵੈ। ਕਹਿੰਦੇ ਆ ਘਰ ਦੇ ਵਿੱਚ, ਆ ਸਰੀਰ ਰੂਪੀ ਮਹਿਲ ਦੇ ਵਿੱਚ ਹੀ ਤੈਨੂੰ ਪਰਮੇਸ਼ਰ ਮਿਲ ਜਾਣਾ ਹੈ। ਆਖੋ ਸਤਨਾਮ। ਨਾਣਾ ਰਣ ਰੁੱਤੋ ਨਰ ਨਹੀਂ ਕਰੈ, ਨਾ ਨਿਵੈ ਨਾ ਪੁਨ ਸੰਚਰੈ। ਨਾਣਾ ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ। ਉਸ ਨੂੰ ਨਾ ਦੱਬਣਾ ਚਾਹੀਦਾ ਹੈ ਅਤੇ ਮੁੜ ਨਾ ਹੀ ਪਿੱਛੇ ਹਟਣਾ ਚਾਹੀਦਾ ਹੈ। ਤੱਦਾ ਧਨ ਜਨਮ ਤਾਹੀ ਕੋ ਗਣੈ,
ਮਾਰੈ ਕੈ ਤਜ ਜਾਇ ਕਣੈ। ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ, ਉਹਦਾ ਆਉਣਾ ਸੰਸਾਰ ਦੇ ਉੱਤੇ ਮੁਬਾਰਕਬਾਦ ਹੈ। ਕਿਹਦਾ? ਜੋ ਆਪਣੇ ਇੱਕ ਮਨੂਏ ਤੇ ਫਤਿਹ ਪਾਉਂਦਾ ਹੈ ਅਤੇ ਅਨੇਕਾਂ ਇੱਛਾ ਨੂੰ ਛੱਡ ਦਿੰਦਾ ਹੈ। ਜਿਹੜੀਆਂ ਮਨ ਦੀ ਇੱਛਾ ਨੇ ਨਾ, ਉਹਨਾਂ ਇੱਛਾ ਨੂੰ ਛੱਡ ਦਿੰਦਾ ਹੈ। ਕਦੇ ਸੇਵਾ ਕਰੀਏ ਮਨ ਦੇ ਵਿੱਚ ਇੱਛਾ ਨਾ ਰੱਖੋ, ਕਦੇ ਸਿਮਰਨ ਕਰੀਏ ਮਨ ਦੇ ਵਿੱਚ ਇੱਛਾ ਨਾ ਰੱਖੋ, ਕਿਉਂਕਿ ਗੁਰਮੁਖ ਪਿਆਰਿਓ ਵਾਹਿਗੁਰੂ ਪਰਮੇਸ਼ਰ ਸਭ ਕੁਝ ਜਾਣਦਾ, ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੈ। ਉਹ ਸਾਰੀਆਂ ਕੁਝ ਜਾਣਦਾ ਹੈ ਵੀ ਕੀ ਚਾਹੁੰਦਾ ਕੀ ਨਾ ਚਾਹੁੰਦਾ, ਕਿਉਂ ਸੇਵਾ ਕਰਦਾ, ਕਿਉਂ ਸਿਮਰਨ ਕਰਦਾ। ਵਾਹਿਗੁਰੂ ਆਪਣੇ ਆਪ ਸਾਰੀਆਂ ਮਨ ਦੀਆਂ ਭਾਵਨਾ ਇੱਛਾ ਪੂਰੀਆਂ ਕਰ ਦਿੰਦਾ ਹੈ। ਤਤਾ ਅਤਰ ਤਰਿਓ ਨਹਿ ਜਾਈ, ਤਨ ਤਿਰ ਪਵਨ ਮੈਂ ਰਹਿਓ ਸਮਾਈ। ਨਾ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ। ਮਨੁੱਖੀ ਸਰੀਰ ਤਿੰਨਾਂ ਜਹਾਨਾਂ ਅੰਦਰ ਖਚਿਤ ਹੋ ਰਿਹਾ ਹੈ। ਜਿਉ ਤਿਰ ਪਾਵਨ ਤਨ ਮਾਹੀ ਸਮਾਵਾ, ਤੋ ਤਤੈ ਤਤ ਮਿਲਿਆ ਸਚ ਪਾਵਾ। ਤਿੰਨਾਂ ਜਹਾਨਾਂ ਦਾ ਸੁਆਮੀ ਮੇਰੇ ਸਰੀਰ ਅੰਦਰ ਪ੍ਰਵੇਸ਼ ਕਰਦਾ। ਉਹ ਪਰਮੇਸ਼ਰ ਤਿੰਨਾਂ ਜਹਾਨਾਂ ਦਾ ਮਾਲਕ ਮੇਰੇ ਅੰਦਰ ਪ੍ਰਵੇਸ਼ ਕਰਦਾ ਹੈ, ਤਾਂ ਮੇਰਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ। ਥਾ ਥਾਹੋ ਥਾ ਨਹੀਂ ਪਾਵਾਂ, ਓਹੋ ਅਥਾਹੋ ਇਹ ਥਿਰ ਨਾ ਰਹਾਵਾ। ਸੁਆਮੀ ਇੱਕ ਓੜਕ ਰਹਿਤ ਹੈ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ, ਉਹ ਇੱਕ ਹੱਦ ਬੰਨਾ ਹੈ। ਉਹ ਹੱਦ ਬੰਨਾ ਰਹਿਤ ਹੈ, ਇਹ ਸਰੀਰ ਸਥਰ ਨਹੀਂ ਰਹਿੰਦਾ। ਉਹ ਹੱਦ ਬੰਨਾ ਰਹਿਤ ਹੈ, ਇਹ ਜਿਹੜਾ ਸਰੀਰ ਹੈ ਇਹ ਸਦਾ ਵਾਸਤੇ ਨਹੀਂ ਰਹਿੰਦਾ। ਥੋੜਾ ਥਲ ਥਾਨਕ ਰੰਬੈ, ਬਿਨਹਿ ਥੰਬੋ ਮੰਦਰ ਥੰਬੈ। ਥੋੜੀ ਜਿਹੀ ਜਗ੍ਹਾ ਉੱਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ। ਥੰਮਿਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ। ਕਹਿੰਦੇ ਬਿਨਾਂ ਥੰਮਲਿਆਂ ਤੋਂ ਹੀ ਬੰਦਾ ਮਹਿਲ ਨੂੰ ਖੜਾਉਣਾ ਚਾਹੁੰਦਾ, ਬਿਨਾਂ ਥੰਮਲਿਆਂ ਤੋਂ। ਬਿਨਾਂ ਥੰਮਲਿਆਂ ਤੋਂ ਮਹਿਲ ਨਹੀਂ ਖੜਾ ਹੁੰਦਾ। ਆਪਾਂ ਦਰਬਾਰ ਸਾਹਿਬ ਤਿਆਰ ਕਰ ਰਹੇ ਹਾਂ ਨਾ, ਦੇਖਿਆ ਤੁਸੀਂ ਥੱਲੇ ਝਾਤੀ ਮਾਰ ਕੇ ਕਿੱਡੇ ਕਿੱਡੇ ਪਿੱਲਰ ਬਣਾਏ ਹੋਏ ਨੇ, ਕਿੱਡੇ ਕਿੱਡੇ ਤਕੜੇ ਲੰਮੇ ਲੰਮੇ ਪਿੱਲਰ ਪਾਏ ਹੋਏ ਨੇ। ਜੇ ਆਪਾਂ ਕਹੀ ਵੀ ਆਈ ਤਿਲ ਫੁੱਲ ਜੇ ਨਾਲ ਖੜ ਜੂਗਾ ਦਰਬਾਰ ਸਾਹਿਬ ਵੱਡਾ, ਇਸ ਤਰ੍ਹਾਂ ਨਹੀਂ ਖੜਨਾ, ਇਸ ਤਰ੍ਹਾਂ ਨਹੀਂ ਗੱਲ ਬਣਨੀ। ਬਿਨ ਹੀ ਥੰਬੋ ਮੰਦਰ ਥੰਮੈ, ਕਹਿੰਦੇ ਥੰਬਿਆਂ ਦੇ ਬਗੈਰ ਹੀ ਉਹ ਮਹਿਲ ਨੂੰ ਖੜਾਉਣਾ ਚਾਹੁੰਦਾ ਹੈ। ਦੱਦਾ ਦੇਖ ਜੋ ਬਿਨ ਸਨਹਾਰਾ,
ਜਿਸ ਦੇਖ ਤਿਸ ਰਾਖ ਵਿਚਾਰਾ। ਦੱਦਾ, ਜੋ ਕੁਛ ਅਸੀਂ ਵੇਖਦੇ ਹਾਂ ਇਹ ਨਾਸਵੰਤ ਹੈ। ਜਿਹੜਾ ਵੀ ਸਾਨੂੰ ਅੱਖਾਂ ਦੇ ਨਾਲ ਦਿਖਦਾ ਨਾ, ਇਹ ਨਾਸਵੰਤ ਹੈ, ਰਹਿਣਾ ਨਹੀਂ ਹੈ, ਇੱਕ ਦਿਨ ਖਤਮ ਹੋ ਜਾਣਾ ਹੈ, ਰਹਿਣਾ ਨਹੀਂ ਹੈ, ਨਾਸਵੰਤ। ਹਰ ਚੀਜ਼ ਜਿਹੜੀ ਸਾਨੂੰ ਅੱਖਾਂ ਦੇ ਨਾਲ ਦਿਖਦੀ ਆ ਉਹ ਰਹਿਣਾ ਨਹੀਂ। ਸਾਨੂੰ ਅੱਖਾਂ ਦੇ ਨਾਲ ਪਰਮੇਸ਼ਰ ਨਹੀਂ ਦਿਖ ਰਿਹਾ, ਉਹ ਪਰਮੇਸ਼ਰ ਰਹਿਣ ਵਾਲਾ ਹੈ। ਉਹ ਸਦਾ ਹੀ ਜੁਗੋ ਜੁਗ ਅਟਲ, ਉਹ ਅਟਲ ਹੈ, ਉਹ ਸਥਿਰ ਹੈ, ਉਹ ਰਹਿਣ ਵਾਲਾ ਹੈ। ਬਾਕੀ ਸਭ ਕੁਝ ਨਾਸਵੰਤ ਹੈ, ਇੱਕ ਦਿਨ ਖਤਮ ਹੋ ਜਾਣਾ। ਜਿਹੜਾ ਅੱਖਾਂ ਦੇ ਨਾਲ ਜੋ ਕੁਝ ਦੇਖਦੇ ਆ, ਪੁਰਾਣੇ ਘਰ ਸੀ ਅੱਖਾਂ ਦੇ ਨਾਲ ਦੇਖਦੇ ਸੀ ਨਾ, ਉਹ ਹੁਣ ਖਤਮ ਹੋ ਗਏ। ਮਿੱਟੀ ਦੇ ਘਰ ਹੁੰਦੇ ਸੀ, ਰਹੇ ਨੇ ਕਿਤੇ, ਖਤਮ ਹੋ ਗਏ। ਫਿਰ ਘਰ ਬਣਾਏ ਗਾਡਰ ਵਾਲਿਆਂ ਵਾਲੇ, ਉਹ ਦਿਖਦੇ ਨੇ ਕਿਤੇ ਬਿਰਲਾ ਬਿਰਲਾ ਜਿਹਾ ਹੋਣਾ ਕੋਈ, ਉਹ ਖਤਮ ਹੋ ਗਏ। ਹੁਣ ਲੈਂਟਰ ਵਾਲੇ ਪਾ ਲਏ। ਇਸ ਤਰ੍ਹਾਂ ਜਿਹੜਾ ਚੀਜ਼ ਦਿਖਦੀ ਹੈ ਨਾ, ਉਹ ਖਤਮ ਹੋ ਜਾਣੀ ਹੈ। ਪੁਰਾਣੇ ਬਜ਼ੁਰਗ ਦਿਖਦੇ ਨੇ ਕਿਤੇ ਆਪਾਂ ਨੂੰ, ਖਤਮ ਹੋ ਗਏ। ਇੱਕ ਦਿਨ ਸਭ ਨੇ ਖਤਮ ਹੋ ਜਾਣਾ। ਨਲਕੇ ਹੁੰਦੇ ਸੀ ਦੇਖੋ, ਪਤਾ ਨਹੀਂ ਕੀ ਕਹਿੰਦੇ ਉਹਨੂੰ, ਕੁੱਤੇ ਪੰਪ, ਨਿੱਕੇ ਨਿੱਕੇ ਜਿਹੇ, ਮੈਂ ਵੀ ਦੇਖਿਆ, ਸਾਡੇ ਵੀ ਲੱਗਿਆ ਹੋਇਆ ਸੀ ਇੱਕ, ਉਹ ਜਿਹੜਾ ਛੋਟਾ ਜਿਹਾ ਹੁੰਦਾ, ਉਹ ਹੁੰਦੇ ਸੀ ਦੇਖੋ, ਦਿਖਦੇ ਨੇ ਹੁਣ ਕਿਤੇ ਖਤਮ ਹੋ ਗਏ। ਪਰ ਜੇ ਤੁਸੀਂ ਦੇਖੋਗੇ ਨਾ ਵੀ ਉਹ ਨਿੱਕਾ ਜਿਹਾ ਪੰਪ, ਕੁੱਤਾ ਪੰਪ ਕਹਿੰਦੇ ਨੇ ਜਿਹਨੂੰ, ਟੱਕੀ ਸਾਹਿਬ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਅੱਜ ਵੀ। ਉੱਥੇ ਪਾਣੀ ਉੱਪਰੇ ਨੇ, ਉਧਰ ਬੜਾ, ਉਹ ਅੱਜ ਵੀ ਉੱਥੇ ਚੱਲਦੇ ਨੇ। ਤਾਂ ਗੁਰਮੁਖ ਪਿਆਰਿਓ, ਫਿਰ ਉਹ ਖਤਮ ਹੋਏ ਨਲਕੇ। ਜਿਹੜੇ ਨਲਕਾ ਹੁੰਦਾ ਸੀ ਵੱਡੀ ਡੰਡੀ ਵਾਲਾ, ਉਹ ਵੀ ਦੇਖੋ ਆਪਣੇ ਦੇਖਦੇ ਦੇਖਦੇ ਖਤਮ ਹੋ ਗਏ। ਹੁਣ ਮੋਟਰਾਂ ਚੱਲ ਪਈਆਂ। ਮੋਟਰਾਂ ਵੀ ਇੱਕ ਦਿਨ ਐਸਾ ਸਮਾਂ ਆਊਗਾ, ਖਤਮ ਹੋ ਜਾਊਗਾ। ਅਸੀਂ ਆਪਣੀ ਆਪ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਬਰਬਾਦੀ ਕਰਨ ਲੱਗੇ ਹੋਏ ਹਾਂ। ਦਿਨੋਂ ਦਿਨ ਪਾਣੀ ਖਤਮ ਹੁੰਦੇ ਜਾਂਦੇ ਨੇ। ਪਾਣੀ ਦਿਖ ਰਿਹਾ ਨਾ, ਇਹ ਵੀ ਇੱਕ ਦਿਨ ਮੁੱਲ ਵਿਕਿਆ ਕਰੂਗਾ। ਦਿੱਲੀ ਦੇ ਵਿੱਚ ਜਾਓ, ਬੰਬੇ ਦੇ ਵਿੱਚ ਜਾਓ, ਤੁਹਾਨੂੰ ਪਾਣੀ ਮੁੱਲ ਲੈਣਾ ਪਊਗਾ। ਆਖੋ ਸਤਨਾਮ। ਉਨੀ ਉਹ ਠੰਡੇ ਦੀ ਬੋਤਲ ਹੈ, ਉਨੀ ਉਹ ਪਾਣੀ ਦੀ ਬੋਤਲ ਮਿਲਦੀ ਹੈ। ਇਹ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਸਿਸਟਮ ਇਸ ਤਰ੍ਹਾਂ। ਦਿਨੋਂ ਦਿਨ ਆਉਣ ਵਾਲੀਆਂ ਪੀੜ੍ਹੀਆਂ ਨਾ ਪਾਣੀ ਨੂੰ ਤਰਸਿਆ ਕਰਨਗੇ ਵੀ ਕਿੱਥੋਂ ਲਈਏ, ਰਾਜਸਥਾਨ ਮੰਗੋ। ਜੋ ਦਿਖ ਰਿਹਾ ਇੱਕ ਦਿਨ ਖਤਮ ਹੋ ਜਾਣਾ। ਪੁਰਾਣੀਆਂ ਗੱਡੀਆਂ, ਮਸ਼ੀਨਰੀਆਂ ਦਿਖਦੀਆਂ ਸੀ, ਉਹ ਇੱਕ ਦਿਨ ਖਤਮ ਹੋ ਗਈਆਂ, ਤੋੜ ਭੰਨ ਕੇ ਕਿਧਰੇ ਨੂੰ ਕਿਧਰੇ ਪਹੁੰਚਾ ਦਿੱਤੀਆਂ, ਖਤਮ ਹੋ ਗਈਆਂ। ਨਵੀਂ ਤੋਂ ਨਵੀਂ ਆ ਰਹੀਆਂ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਜੋ ਦਿਖ ਰਿਹਾ ਹੈ ਨਾ ਆਪਾਂ ਨੂੰ ਅੱਖਾਂ ਦੇ ਨਾਲ, ਇੱਕ ਦਿਨ ਉਹਨੇ ਖਤਮ ਹੋ ਜਾਣਾ। ਪਹਿਲਾਂ ਆਪਣਾ ਦਰਬਾਰ ਸਾਹਿਬ ਬਣਾਇਆ ਹੋਇਆ ਸੀ ਪੁਰਾਣਾ, ਜਿਹਨੂੰ ਅੱਖਾਂ ਨਾਲ ਦੇਖਦੇ ਸੀ, ਬਹਿੰਦੇ ਸੀ, ਬਾਣੀ ਸੁਣਦੇ ਸੀ। ਦਿਖਦਾ ਹੁਣ ਕਿਤੇ ਉਹ ਦਰਬਾਰ ਸਾਹਿਬ? ਇੱਕ ਦਿਨ ਖਤਮ ਹੋ ਗਿਆ। ਆ ਹੁਣ ਉਰੇ ਬੈਠੇ ਆ, ਇੱਕ ਦਿਨ ਇਹਨੂੰ ਵੀ ਢਾਣਾ ਪੈ ਜਾਣਾ ਹੈ, ਨਵੇਂ ਜਿਹੇ ਪ੍ਰਕਾਸ਼ ਹੋ ਜਾਣੇ ਨੇ। ਇੱਕ ਦਿਨ ਇਹ ਵੀ ਇਮਾਰਤ ਖਤਮ ਹੋ ਜਾਣੀ ਆ। ਇਸ ਕਰਕੇ ਜਿਹੜੀ ਚੀਜ਼ ਸਾਨੂੰ ਅੱਖਾਂ ਦੇ ਨਾਲ ਦਿਖ ਰਹੀ ਹੈ ਨਾ, ਸਮੇਂ ਦੇ ਨਾਲ ਇੱਕ ਦਿਨ ਉਹ ਖਤਮ ਹੋ ਜਾਣੀ ਆ। ਆਖੋ ਸਤਨਾਮ। ਇਸ ਕਰਕੇ ਇੱਕ ਪਰਮੇਸ਼ਰ ਆ ਜਿਹੜਾ ਸਥਿਰ ਹੈ, ਨਾ ਉਹ ਜੰਮਦਾ ਤੇ ਨਾ ਉਹ ਮਰਦਾ ਹੈ, ਉਹ ਸਦਾ ਅਵਿਨਾਸੀ ਹੈ। ਅੱਗੇ ਸੁਣੋ ਕੀ ਕਹਿੰਦੇ ਨੇ। ਕਹਿੰਦੇ ਉਹ ਇੱਕ ਅਵਿਨਾਸੀ ਹੈ, ਇੱਕ ਉਹ ਦਿਖਦਾ, ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ। ਜਿਹੜਾ ਦਿਸਦਾ ਉਹ ਖਤਮ ਹੋ ਜਾਣਾ, ਜਿਹੜਾ ਦਿਸਦਾ ਨਹੀਂ ਉਹ ਖਤਮ ਨਹੀਂ ਹੋਣਾ। ਉਹ ਪਰਮੇਸ਼ਰ ਦਿਸਦਾ ਨਹੀਂ ਹੈ, ਉਹਨੇ ਖਤਮ ਨਹੀਂ ਹੋਣਾ। ਉਹ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਿਆ ਕਰ। ਚੇਤੇ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਊ। ਤੇਰੀ ਜਿਹੜੀ ਆ ਜ਼ਿੰਦਗੀ ਆ ਨਾ, ਜਿਹੜੀ ਤੈਨੂੰ ਮਿਲੀ ਆ, ਇਹ ਸਫਲੀ ਹੋ ਜੂਗੀ, ਪ੍ਰਵਾਨ ਹੋ ਜੂਗੀ।
ਅੱਗੇ ਸੁਣੋ ਕੀ ਕਹਿੰਦੇ ਨੇ। ਦਸਵੇਂ ਦੁਆਰ ਕੁੰਚੀ ਜਬ ਦਿਸੈ, ਤੋ ਦਿਆਲ ਕੋ ਦਰਸ਼ਨ ਕੀਜੈ। ਕਹਿੰਦੇ ਜਦ 10ਵੇਂ ਦਰਵਾਜ਼ੇ ਨੂੰ ਬ੍ਰਹਮ ਗਿਆਨ ਦੀ ਕੁੰਜੀ ਲਾਈ ਜਾਂਦੀ ਆ, 10ਵਾਂ ਦਰਵਾਜ਼ਾ ਕਿਤੇ ਐਵੇਂ ਖੁੱਲ ਜਾਂਦਾ? ਉਹ ਕਿਹੜਾ ਆਪਣਾ ਘਰ ਵਾਲੇ ਜਿੰਦੇ ਵਿੱਚ ਚਾਬੀ ਫਸਾਈ ਖੋਲ ਲਿਆ, ਐ ਨਹੀਂ ਖੁੱਲਦਾ। ਉਹਨੂੰ ਕੁੰਜੀ ਲੱਗੇਗੀ ਬ੍ਰਹਮ ਗਿਆਨ ਦੀ। ਬ੍ਰਹਮ ਗਿਆਨ ਪੱਲੇ ਹੋਣਾ ਚਾਹੀਦਾ। ਜਦੋਂ ਬ੍ਰਹਮ ਗਿਆਨ ਕੋਲ ਹੋ ਗਿਆ ਨਾ, ਫਿਰ ਗੁਰਮੁਖ ਪਿਆਰਿਓ ਉਹ 10ਵੇਂ ਦੁਆਰ ਦੀ ਕੁੰਜੀ, ਜਿੰਦੇ ਵਾਲੀ ਕੁੰਜੀ ਜਦ ਲੱਗੂਗੀ ਨਾ ਬ੍ਰਹਮ ਗਿਆਨ ਦੀ ਕੁੰਜੀ 10ਵੇਂ ਦੁਆਰ ਨੂੰ, ਫਿਰ 10ਵਾਂ ਦੁਆਰਾ ਖੁੱਲ ਜਾਣਾ। ਉੱਥੇ ਕੀ ਮਿਲੇਗਾ? 10ਵਾਂ ਦੁਆਰਾ ਅਗਮ ਪਾਰਾ ਪਰਮ ਪੁਰਖੀ ਘਾਟੀ। ਉੱਥੇ ਫਿਰ ਪਰਮੇਸ਼ਰ ਮਿਲ ਜਾਵੇਗਾ। ਇਹ ਆਖੋ ਸਤਨਾਮ। ਬੜੀਆਂ ਵੱਡੀਆਂ ਡੂੰਘੀਆਂ ਗੱਲਾਂ ਨੇ ਬਾਈ, ਬਹੁਤ ਔਖੀਆਂ ਮੰਜ਼ਿਲ ਫਕੀਰਾਂ ਦੀ ਮਿਲਦੀ ਆ ਮਰ ਮਰ ਕੇ, ਬੜੀ ਔਖੀ ਹੈ। ਐਵੇਂ ਨਹੀਂ ਵੀ ਬਾਬੇ ਬਣ ਗਏ ਜੀ, ਚੋਲੇ ਪਾ ਲਏ, ਅੰਮ੍ਰਿਤ ਛਕ ਲਿਆ। ਬੜੀਆਂ ਔਖੀਆਂ ਨੇ ਨਿਭਾਉਣੀਆਂ ਰੀਤੀਆਂ, ਬੜੀਆਂ ਔਖਾ ਚੱਲਣਾ। ਇਸ ਕਰਕੇ ਇਹ ਮੰਜ਼ਲਾਂ ਬੜੀਆਂ ਔਖੀਆਂ ਨੇ। ਐਵੇਂ ਨਹੀਂ ਵਾਹਿਗੁਰੂ ਪਰਮੇਸ਼ਰ ਮਿਲਦਾ, ਔਖਾ ਬੜਾ ਹੈ। ਅੱਗੇ ਸੁਣੋ ਕੀ ਕਹਿੰਦੇ ਨੇ। ਤੋ ਦਿਆਲ ਕੋ ਦਰਸ਼ਨ ਕੀਜੈ, ਕਹਿੰਦੇ ਜਦ ਮਿਹਰਬਾਨ ਮਾਲਕ ਦਾ ਦੀਦਾਰ ਵੇਖਿਆ ਜਾਂਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦਾ ਦੀਦਾਰ ਵੇਖਿਆ ਜਾਂਦਾ। ਜਦੋਂ ਗਿਆਨ ਰੂਪੀ ਬ੍ਰਹਮ ਗਿਆਨ ਰੂਪੀ ਚਾਬੀ 10ਵੇਂ ਦੁਆਰ ਨੂੰ ਲੱਗੀ ਨਾ, ਦਰਵਾਜ਼ਾ ਖੁੱਲ ਗਿਆ। ਮਹਾਰਾਜ ਜੀ ਕਹਿੰਦੇ ਤਦ ਮਿਹਰਬਾਨ ਮਾਲਕ ਦਾ ਦੀਦਾਰ ਵੇਖਿਆ ਜਾਂਦਾ, ਫਿਰ ਵਾਹਿਗੁਰੂ ਪਰਮੇਸ਼ਰ ਦਿਖਦਾ ਹੈ। ਤੱਦਾ ਰਾਧੋ ਉਰਦ ਨਵੇਰਾ, ਰਾਧੇ ਉਦਰੋ ਮੰਜ ਬਸੇਰਾ। ਜੇਕਰ ਆਦਮੀ ਨੀਵੇਂ ਮੰਡਲ ਤੋਂ ਉੱਚੇ ਨੂੰ ਉਡਾਰੀ ਮਾਰ ਜਾਵੇ ਤਾਂ ਸਾਰੀ ਗੱਲ ਮੁੱਕ ਜਾਂਦੀ ਹੈ। ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਬਸੇਵਾ, ਧਰਤੀ ਦੇ ਵਿੱਚ ਵੀ ਉਹ ਪਰਮੇਸ਼ਰ ਦਾ ਬਸੇਵਾ ਹੈ। ਧਰਤੀ ਦੇ ਵਿੱਚ ਵੀ ਪਰਮੇਸ਼ਰ ਵਸ ਰਿਹਾ ਹੈ। ਆ ਪਾਣੀ ਕਿੱਥੋਂ ਆ ਰਿਹਾ? ਪਰਮੇਸ਼ਰ ਹੀ ਦੇ ਰਿਹਾ ਸਾਨੂੰ ਪਾਣੀ। ਜਿਹੜਾ ਧਰਤੀ ਦੇ ਵਿੱਚ ਪਾਣੀ ਆ ਉਹ ਸਾਨੂੰ ਪਰਮੇਸ਼ਰ ਦੇ ਰਿਹਾ। ਜਿਹੜੇ ਪਤਾਲ ਦੇ ਵਿੱਚ ਜੀਵ ਰਹਿੰਦੇ ਨੇ ਉਹਨਾਂ ਨੂੰ ਕੌਣ ਪਾਲ ਰਿਹਾ? ਜਿਹੜੇ ਪਤਾਲ ਦੇ ਵਿੱਚ ਜੀਵ ਰਹਿੰਦੇ ਨੇ ਉਹਨਾਂ ਨੂੰ ਕੌਣ ਪਾਲ ਰਿਹਾ? ਉਹਨਾਂ ਨੂੰ ਪਰਮੇਸ਼ਰ ਹੀ ਪਾਲ ਰਿਹਾ। ਆਖੋ ਸਤਨਾਮ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਘਰੇ ਕਰ ਆਗੇ ਰੱਖਿਆ। ਜਿਹੜੇ ਪੱਥਰ ਨੇ ਗੋਲ ਪੱਥਰ, ਪੱਥਰਾਂ ਦੇ ਵਿੱਚ ਵੀ ਜੀਵ ਨੇ। ਉਹਨਾਂ ਜੀਵਾਂ ਨੂੰ ਪੱਥਰਾਂ ਦੇ ਵਿੱਚ ਰੋਜੀ ਕੌਣ ਦੇ ਰਿਹਾ? ਉਹ ਪਰਮੇਸ਼ਰ ਦੇ ਰਿਹਾ। ਆਖੋ ਸਤਨਾਮ। ਮਾਤਾ ਦੇ ਗਰਭ ਦੇ ਵਿੱਚ ਬੱਚਾ 9 ਮਹੀਨੇ ਪ੍ਰਵੇਸ਼ ਕਰਕੇ ਰਹਿੰਦਾ ਹੈ। ਉਹਨੂੰ ਕੌਣ ਪਾਲਦਾ ਹੈ? ਉਹਦੀ ਕੌਣ ਰੱਖਿਆ ਕਰਦਾ ਹੈ? ਪਰਮੇਸ਼ਰ ਕਰਦਾ ਰੱਖਿਆ ਉਹਦੀ। ਉਹ ਪਰਮੇਸ਼ਰ ਆਪਣਾ ਸਿਮਰਨ ਦੇ ਕੇ ਉਹਦੇ ਸਵਾਸ ਚਲਾ ਰਿਹਾ ਹੈ। ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਹ ਆਪ ਹੀ ਰੱਖਿਆ ਕਰਦਾ, ਆਪ ਹੀ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ। ਅੱਗੇ ਸੁਣੋ ਕੀ ਕਹਿੰਦੇ ਨੇ। ਅਰਧ ਸਾਡ ਉਰਦ ਜੋ ਆਵੈ, ਤੋ ਰਦ ਹੈ ਉਰਦ ਮਿਲਿਆ ਸੁਖ ਪਾਵੈ। ਤਾਂ ਗੁਰਮੁਖ ਪਿਆਰਿਓ, ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨ ਜਾਂਦੀ ਹੈ। ਹੁਣ ਆਪਣੀ ਆਤਮਾ ਧਰਤੀ ਤੇ ਰਹਿੰਦੀ ਆ। ਇਹ ਆਤਮਾ ਜਦੋਂ ਸਰੀਰ ਰੂਪੀ ਧਰਤੀ ਨੂੰ ਤਿਆਗ ਕੇ ਨਾ,
ਫਿਰ ਇਹ ਅਸਮਾਨ ਦੇ ਵਿੱਚ ਚਲੀ ਜਾਂਦੀ ਹੈ, ਉੱਪਰ ਚਲੀ ਜਾਂਦੀ ਆ। ਕਿੱਥੇ? ਸੱਚਖੰਡ ਬਸੈ ਨਿਰੰਕਾਰ। ਇਹ ਨਹੀਂ ਵੀ ਹਰੇਕ ਆਤਮਾ ਸੱਚਖੰਡ ਦੇ ਵਿੱਚ ਜਾਂਦੀ ਆ। ਉਹ ਪਵਿੱਤਰ ਆਤਮਾ ਜਿਹੜੀਆਂ ਨਾਮ ਜਪਦੀਆਂ ਨੇ, ਬੰਦਗੀ ਕਰਦੀਆਂ ਨੇ, ਸਤ ਸੰਗਤ ਕਰਦੀਆਂ ਨੇ ਆਤਮਾ, ਉਹ ਆਤਮਾ ਸੱਚਖੰਡ ਦੇ ਵਿੱਚ ਚਲੀ ਜਾਂਦੀ ਹੈ। ਜਿਹੜੀ ਆਤਮਾ ਨਾਮ ਨਹੀਂ ਜਪਦੀ, ਬੰਦਗੀ ਨਹੀਂ ਕਰਦੀ, ਉਹ ਗੁਰਮੁਖ ਪਿਆਰੇ ਨਰਕਾਂ ਦੇ ਵਿੱਚ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਉੱਥੋਂ ਸਜ਼ਾਵਾਂ ਦੇ ਕੇ ਫਿਰ ਗਰਭ ਜੂਨੀ ਦੇ ਵਿੱਚ ਪਾਇਆ ਜਾਂਦਾ ਹੈ। ਆਖੋ ਸਤਨਾਮ। ਫਿਰ ਗਰਭ ਜੂਨੀ ਵਿੱਚ ਭਟਕਾਇਆ ਜਾਂਦਾ ਹੈ। ਅੱਗੇ ਕੀ ਕਹਿੰਦੇ ਨੇ ਸੁਣੋ। ਤੋ ਅਰਾਧੇ ਉਰਦ ਮਿਲਿਆ ਸੁਖ ਭਾਵਾਂ। ਤਾਂ ਆਤਮਾ ਤੇ ਪ੍ਰਮਾਤਮਾ ਮਿਲ ਪੈਂਦੇ ਨੇ। ਆਤਮਾ ਤੇ ਪ੍ਰਮਾਤਮਾ ਮਿਲ ਪੈਂਦੇ ਨੇ ਅਤੇ ਆਰਾਮ ਪ੍ਰਾਪਤ ਹੁੰਦਾ। ਇਹ ਸਾਡਾ ਜਿਹੜਾ ਸਰੀਰ ਆ, ਸਾਡੀ ਆਤਮਾ, ਇਹ ਸਰੀਰ ਆਤਮਾ ਉਨਾ ਚਿਰ ਦੁਖੀ ਹੈ ਜਿੰਨਾ ਚਿਰ ਪ੍ਰਮਾਤਮਾ ਦੇ ਨਾਲ ਨਹੀਂ ਮਿਲੀ ਹੋਈ, ਉਹ ਪਰਮੇਸ਼ਰ ਦੇ ਨਾਲ ਨਹੀਂ ਮਿਲੀ। ਜਦੋਂ ਗੁਰਮੁਖ ਪਿਆਰਿਓ ਇਹ ਆਤਮਾ ਪਰਮਾਤਮਾ ਦੇ ਨਾਲ ਮਿਲ ਗਈ, ਪਰਮਾਤਮਾ ਦੇ ਵਿੱਚ ਆ ਭੇਦ ਹੋ ਗਈ, ਫਿਰ ਦੁੱਖ ਖਤਮ, ਫਿਰ ਸੁੱਖ ਪ੍ਰਾਪਤ ਹੋ ਜਾਂਦੇ ਨੇ। ਆਖੋ ਸਤਨਾਮ। ਫਿਰ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਨੇ ਜੇ ਆਤਮਾ ਪਰਮਾਤਮਾ ਦੇ ਨਾਲ ਮਿਲਦੇ ਆ। ਜਿਨ੍ਹਾਂ ਦੀ ਆਤਮਾ ਪਰਮਾਤਮਾ ਦੇ ਨਾਲ ਮਿਲ ਗਈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਨੇ, ਦੁੱਖ ਨਹੀਂ ਆਉਂਦਾ ਕੋਈ। ਜੇ ਦੁੱਖ ਆਉਂਦਾ ਵੀ ਤਾਂ ਪਰਮੇਸ਼ਰ ਪਰਖ ਕੇ ਦੇਖਦਾ। ਰੱਬ ਪਰਖਦਾ ਆਪਣੇ ਭਗਤਾਂ ਪਿਆਰੇ ਨੂੰ, ਲਾ ਲਾ ਕੇ ਕਸਵੱਟੀਆਂ। ਕਈ ਵਾਰ ਉਹ ਪਰਖਦਾ ਹੈ, ਦੁੱਖ ਦੇ ਕੇ ਵੀ ਪਰਖਦਾ, ਕਈ ਵਾਰ ਉਹ ਸੁੱਖ ਦੇ ਕੇ ਵੀ ਪਰਖਦਾ। ਇੰਨੇ ਸੁੱਖ ਦੇ ਦਿੰਦਾ ਵੀ ਦੇਖਾਂ ਕਿਤੇ ਮੈਨੂੰ ਤਾਂ ਨਹੀਂ ਭੁੱਲਦਾ ਇਹ। ਕੀ ਫਿਰ ਇੰਨੇ ਸੁੱਖਾਂ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਆਖੋ ਸਤਨਾਮ। ਕਈ ਇੰਨੇ ਦੁੱਖ ਦੇ ਕੇ ਦੇਖਦਾ, ਦੁੱਖਾਂ ਦੇ ਵਿੱਚ ਵੀ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਆਖੋ ਸਤਨਾਮ। ਅਗਲਾ ਕਹਿੰਦਾ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਵੀ ਜੁੜੇ ਹੋਏ ਆ, ਗੁਰੂ ਘਰ ਵੀ ਜਾਂਦੇ ਆ, ਇੰਨੇ ਦੁੱਖ ਨੇ, ਦੁੱਖ ਖਹਿੜੇ ਨਹੀਂ ਸੜਦੇ। ਡੋਲ ਜਾਂਦੇ ਆ, ਬਸ ਫਿਰ ਛੱਡ ਜਾਂਦੇ ਆ ਗੁਰੂ ਨੂੰ। ਆਖੋ ਸਤਨਾਮ। ਹੋ ਗਿਆ ਨਾ ਫੇਲ ਪਰਖ ਚੋਂ। ਉਹ ਕਸਵੱਟੀਆਂ ਲਾ ਲਾ ਕੇ ਪਰਖਦਾ, ਰੱਬ ਪਰਖਦਾ ਆਪਣੇ ਭਗਤਾਂ ਪਿਆਰਿਆਂ ਨੂੰ। ਹੁਣ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਰੋਜ਼ ਬਹਿੰਦੇ ਹੋ, ਗੁਰਬਾਣੀ ਸੁਣਦੇ ਹੋ, ਕਦੇ ਡੋਲਿਓ ਨਾ। ਜੇ ਦੁੱਖ ਆ ਗਿਆ ਨਾ, ਸਮਝ ਲਓ ਪਰਮੇਸ਼ਰ ਪਰਖ ਕੇ ਦੇਖ ਰਿਹਾ। ਆਖੋ ਸਤਨਾਮ। ਛੱਡਿਓ ਨਾ ਕਦੇ ਗੁਰੂ ਨੂੰ। ਉਹਨੇ ਗੁਰੂ ਨੇ ਭੰਡਾਰੇ ਬਖਸ਼ਦੇ, ਖੁਸ਼ੀਆਂ ਦੇਤੀਆਂ, ਫਿਰ ਵੀ ਗੁਰੂ ਨੂੰ ਕਦੇ ਛੱਡਿਓ ਨਾ। ਉਹ ਇਸ ਤਰ੍ਹਾਂ ਪਰਖ ਕੇ ਦੇਖਦਾ। ਹੁਣ ਜਿਹੜੇ ਕਦੇ ਜਿੰਨੇ ਗੁਰਦੁਆਰੇ ਨਹੀਂ ਆਇਆ, ਕਿੰਨੇ ਕਦੇ ਗੁਰਬਾਣੀਓ ਨਹੀਂ ਪੜ੍ਹੀ, ਮੱਥਾ ਹੀ ਨਹੀਂ ਟੇਕਿਆ, ਉਹਨੂੰ ਕੀ ਪਰਖਣਾ ਪਰਮੇਸ਼ਰ ਨੇ। ਆਖੋ ਸਤਨਾਮ। ਹੁਣ ਜਿਹੜਾ ਬੱਚਾ ਸਕੂਲ ਦੇ ਵਿੱਚ ਹੀ ਨਹੀਂ ਆਇਆ, ਸਕੂਲ ਦੇ ਵਿੱਚ ਨਾਮ ਦਾਖਲੇ ਨਹੀਂ ਕਰਵਾਇਆ, ਉਹਦੇ ਕੀ ਪੇਪਰ ਹੋਣੇ ਨੇ, ਉਹਦੀ ਕੀ ਪਰਖ ਹੋਣੀ ਆ। ਸਤ ਸੰਗੀਆਂ ਦੀ, ਨਾਮ ਜਪਣ ਵਾਲਿਆਂ ਦੀ ਪਰਖ ਹੁੰਦੀ ਆ। ਕਦੇ ਵੀ ਡੋਲਣਾ ਨਹੀਂ ਚਾਹੀਦਾ, ਅਰਦਾਸ ਇਹ ਕਰਨੀ ਚਾਹੀਦੀ, ਸੱਚਿਆ ਪਾਤਸ਼ਾਹ ਜਿਉ ਭਾਵੈ ਤਿਉ ਰੱਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਤੇਰੀ ਮਰਜ਼ੀ ਆ, ਭਾਵੇਂ ਦੁਖੀ ਰੱਖ ਲਾ, ਭਾਵੇਂ ਸੁਖੀ ਰੱਖ ਲਾ, ਇਹ ਤੇਰੀ ਮਰਜ਼ੀ ਆ। ਅਸੀਂ ਤਾਂ ਤੇਰੀ ਸ਼ਰਨ ਦੇ ਵਿੱਚ ਆ ਗਏ ਆ, ਅੱਗੇ ਤੇਰੀ ਮਰਜ਼ੀ ਆ, ਜਿਵੇਂ ਮਰਜ਼ੀ ਰੱਖ ਲਾ। ਤਾਂ ਗੁਰਮੁਖ ਪਿਆਰਿਓ, ਜਦੋਂ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ, ਫਿਰ ਦੁੱਖਾਂ ਦਾ ਭਾਈ ਨਾਸ ਹੋ ਜਾਂਦਾ, ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ।
ਨੰਨਾ ਨਿਸ ਦਿਨ ਨਿਰਖਤ ਜਾਏ, ਨਿਰਖਤ ਨੈਣ ਰਹੇ ਰਤਬਾਏ। ਨੰਨਾ ਵਾਹਿਗੁਰੂ ਨੇ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ। ਉਹ ਵਾਹਿਗੁਰੂ ਦੇਖਦਾ ਹੈ ਜਦੋਂ ਰਾਤਾਂ ਤੇ ਦਿਨ ਗੁਜ਼ਰਦੇ ਨੇ। ਨਾਮ ਜਪਣ ਵਾਲੀਆਂ ਰੂਹਾਂ ਉਹ ਰਾਤ ਨੂੰ ਸਾਰੀ ਸਾਰੀ ਰਾਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੀਆਂ ਨੇ, ਬੰਦਗੀ ਕਰਦੀਆਂ ਨੇ, ਭਜਨ ਕਰਦੀਆਂ ਨੇ। ਉਹ ਸਮਾਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਮੁਖ ਪਿਆਰਿਓ ਨਾਮ ਜਪਣ ਵਾਲੀਆਂ ਆਤਮਾ ਜਾਗਦੀਆਂ ਨੇ। ਉਹਨਾਂ ਦੀ ਫਿਰ ਜਿਹੜੀ ਆਤਮਾ ਨਾ ਉਹ ਪਰਮਾਤਮਾ ਦੇ ਨਾਲ ਅਭੇਦ ਹੋਈ ਰਹਿੰਦੀ ਹੈ, ਪਰਮਾਤਮਾ ਦੇ ਨਾਲ ਜੁੜ ਜਾਂਦੀ ਆ, ਸ਼ਾਂਤੀ ਹੁੰਦੀ ਆ, ਇਕਾਗਰਤਾ ਹੁੰਦੀ ਆ। ਕਦੇ ਤੁਸੀਂ ਰਾਤ ਨੂੰ 12 ਵਜੇ ਉੱਠ ਕੇ ਦੇਖੋ, ਬਿਲਕੁਲ ਸ਼ਾਂਤ ਮਾਹੌਲ ਹੁੰਦਾ 4 ਵਜੇ ਤੱਕ। ਨਾ ਕੋਈ ਜਾਨਵਰਾਂ ਦੀ ਆਵਾਜ਼, ਨਾ ਕੋਈ ਕਿਸੇ ਤਰ੍ਹਾਂ ਦੀ ਆਵਾਜ਼, ਬਿਲਕੁਲ ਸ਼ਾਂਤੀ ਦਾ ਮਾਹੌਲ ਹੁੰਦਾ। ਉਹ ਭਜਨ ਦਾ ਸਮਾਂ, ਉਹ ਸਿਮਰਨ ਦਾ ਸਮਾਂ ਹੈ। ਜੇ ਆਪਾਂ ਕਹੀਏ ਵੀ ਦਿਨੇ ਉੱਠ ਕੇ ਸਿਮਰਨ ਕਰ ਲਾਂਗੇ, ਨਹੀਂ ਹੁੰਦਾ। ਕਦੇ ਕੋਈ ਜਵਾਕ ਨੇ ਹਾਕ ਮਾਰਤੀ, ਉੱਧਰ ਨੂੰ ਧਿਆਨ ਚਲਿਆ ਗਿਆ, ਕਦੇ ਕਿਸੇ ਨੇ ਆਵਾਜ਼ ਮਾਰਤੀ, ਕਦੇ ਕੋਈ ਆ ਗਿਆ, ਕਦੇ ਫੋਨ ਆ ਗਿਆ, ਕਦੇ ਕੁਛ ਆ ਗਿਆ। ਇਸ ਤਰ੍ਹਾਂ ਫਿਰ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਨਹੀਂ ਮਿਲਦੀ। ਅਸਲ ਸਮਾਂ ਬੰਦਗੀ ਦਾ 12 ਵਜੇ ਸ਼ੁਰੂ ਹੋ ਜਾਂਦਾ, 12 ਵਜੇ ਤੋਂ 4 ਵਜੇ ਤੋਂ ਪਹਿਲਾਂ ਪਹਿਲਾਂ ਇਹ ਅਸਲੀ ਸਮਾਂ ਹੈ। ਫਿਰ ਆਤਮਾ ਪਰਮਾਤਮਾ ਦੇ ਨਾਲ ਮਿਲਦੀ ਹੈ। ਵਿਚਾਰ ਚੱਲ ਰਹੀ ਸੀ, ਨੰਨਾ ਨਿਸ ਦਿਨ ਨਿਰਖਤ ਜਾਈ। ਕਹਿੰਦੇ ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ। ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ ਵਰਗੀਆਂ ਲਾਲ ਹੋ ਗਈਆਂ। ਕੋ ਸਤਨਾਮ। ਉਹਨੂੰ ਤੱਕਦਿਆਂ ਤੱਕਦਿਆਂ ਦੇਖਦਿਆਂ ਦੇਖਦਿਆਂ ਮੇਰੀਆਂ ਅੱਖਾਂ ਕਹਿੰਦੇ ਲਾਲ ਹੋ ਗਈਆਂ, ਵਾਹਿਗੁਰੂ ਨੂੰ ਦੇਖਦਿਆਂ ਦੇਖਦਿਆਂ। ਨਿਰਖਤ ਨਿਰਖਤ ਜਬ ਜਾਏ ਪਾਵਾਂ, ਤਬ ਲੈ ਨਿਰਖ ਨਿਰਖ ਮਿਲਾਵਾਂ। ਜਦ ਬਹੁਤ ਇੰਤਜ਼ਾਰ ਮਗਰੋਂ ਬੰਦਾ ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਂਦਾ, ਉਹ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਅੰਦਰੋਂ ਹੀ ਪਾ ਲੈਂਦਾ ਹੈ। ਤਬ ਲੈ ਨਿਰਖੇ ਨਿਰਖ ਮਿਲਾਵਾਂ, ਤਦ ਦੇਖਣ ਹਾਰ ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ। ਫਿਰ ਇਹ ਜੀਵ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਅਭੇਦ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਲ ਹੀ ਮਿਲ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਤੇ ਫਿਰ ਉਸ ਬੰਦੇ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਜਦੋਂ ਅਭੇਦ ਹੋ ਗਏ ਇੱਕ ਚੀਜ਼। ਹੁਣ ਪਾਣੀ, ਇੱਕ ਗਲਾਸ ਪਾਣੀ ਦਾ, ਇੱਕ ਬਾਲਟੀ ਦੁੱਧ ਦੀ ਆ, ਦੁੱਧ ਦੇ ਵਿੱਚ ਪਾਣੀ ਪਾ ਦਈਏ ਵਿੱਚੇ ਭੇਦ ਹੋ ਜਾਂਦਾ, ਉਹ ਵਿੱਚੇ ਭੇਦ ਹੋ ਜਾਂਦਾ। ਆ ਪਾਣੀ ਤੋਂ ਗੱਲ ਯਾਦ ਆ ਗਈ ਮੇਰੇ। ਹੁਣ ਤੁਸੀਂ ਕਹੋਗੇ ਬਾਬਾ ਜੀ ਕੀ ਕਹਿੰਦੇ ਨੇ, ਆ ਡਾਲੀ ਲੈ ਕੇ ਉਹਨੇ ਨਾ ਆਪਾਂ ਦੁੱਧ ਦੀ ਨਗਰ ਦੇ ਵਿੱਚੋਂ, ਜਿਹੜੀ ਆਮ ਫੈੜ ਹੁੰਦੀ ਹੈ ਲੋਕਾਂ ਦੀ, ਨਗਰ ਵਾਲਿਆਂ ਦੀ, ਉਹ 8-9 ਫੈੜ ਹੁੰਦੀ ਆ। ਆਪਣੀ ਡਾਲੀ ਵਾਲੀ 3-0 ਫੈੜ ਹੁੰਦੀ ਮੇਰੇ ਖਿਆਲ। ਕਹਿੰਦੇ ਵੀ 20 ਰੁਪਏ ਕਿਲੋ ਦੁੱਧ ਲੱਗਦਾ। ਉਹ ਮੈਨੂੰ ਕਹਿੰਦਾ ਵੀ ਦੁੱਧ ਕਿਹੋ ਜਿਹਾ ਲੈ ਕੇ ਉਹਨੂੰ। ਮਾਂ ਵੀ ਅਸੀਂ ਕਿਹੜਾ ਮੱਝਾਂ ਚ ਆਉਂਦੇ ਆ, ਨਗਰ ਦੇ ਵਿੱਚੋਂ ਲੈ ਕੇ ਆਉਂਦੇ ਆ, ਜਿਹੜਾ ਕੋਈ ਮਾੜਾ ਮੋਟਾ ਬਚਦਾ ਤੁਹਾਡੇ ਲਵੇ ਪਾ ਜਾਂਦੇ ਆ।
ਕਹਿੰਦਾ ਜੀ ਪਾਣੀਓ ਹੁੰਦਾ ਨੇਰਾ ਵੀ। ਮਾਂ ਸਾਨੂੰ ਤਾਂ ਨਹੀਂ ਪਤਾ ਭਾਈ। ਕਹਿੰਦਾ ਉਹ ਵੀ ਨਗਰ ਚੋਂ ਆਉਂਦਾ ਜੀ, ਜਿਹੜਾ 8 ਫੈੜ ਵਾਲਾ ਆ, ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਇਹਦੀ 3 ਫੈੜ ਆਉਂਦੀ ਆ, 20 ਰੁਪਏ ਮਸਾਂ ਲੱਗਦਾ ਲੈ। ਮਾਂ ਵੀ ਇਹ ਤਾਂ ਭਾਈ ਸਾਨੂੰ ਪਤਾ ਨਹੀਂ, ਸਾਡੀ ਕਿਹੜਾ ਘਰ ਦੀਆਂ ਮੱਝਾਂ ਰੱਖੀਆਂ ਹੋਈਆਂ ਨੇ। ਇਸ ਕਰਕੇ ਪ੍ਰਮਾਣ ਦੇ ਚੱਲ ਰਿਹਾ ਸੀ, ਗੱਲ ਚੱਲ ਗਈ ਵਿੱਚੇ ਵੀ ਉਹ ਇੱਕ ਬਾਲਟੀ ਦੁੱਧ ਦੀ ਤੇ ਇੱਕ ਗਲਾਸ ਪਾਣੀ ਦਾ, ਜਦੋਂ ਉਹ ਗਲਾਸ ਨੂੰ ਦੁੱਧ ਦੇ ਵਿੱਚ ਪਾ ਦੇਵਾਂਗੇ ਉਹ ਦੁੱਧ ਦਾ ਰੂਪ ਹੀ ਬਣ ਜਾਂਦਾ। ਆਖੋ ਸਤਨਾਮ। ਆ ਭੇਦ ਹੋ ਜਾਂਦਾ ਜਦੋਂ ਸਿਮਰਨ ਕਰਦੇ ਕਰਦੇ, ਬੰਦਗੀ ਕਰਦੇ ਕਰਦੇ, ਭਜਨ ਕਰਦੇ ਕਰਦੇ ਇਹ ਸਰੀਰ, ਇਹ ਬੰਦਾ ਹੀ ਪਰਮੇਸ਼ਰ ਦਾ ਰੂਪ ਬਣ ਜਾਂਦਾ। ਆਖੋ ਸਤਨਾਮ। ਫਿਰ ਇਹ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ। ਪਰਮੇਸ਼ਰ ਦੇ ਵਿੱਚ ਤੇ ਗੁਰਮੁਖ ਪਿਆਰਿਓ, ਗੁਰਸਿੱਖ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਮਹਾਰਾਜ ਜੀ ਕਹਿੰਦੇ ਫਿਰ ਮੇਰਾ ਇਹ ਰੂਪ ਹੀ ਬਣ ਜਾਂਦਾ, ਜਿਹੜਾ ਖਾਲਸਾ, ਜਿਹੜਾ ਖਾਸ ਆ, ਉਹ ਮੇਰੇ ਵਿੱਚ ਹੀ ਅਭੇਦ ਹੋ ਜਾਂਦਾ, ਮੇਰੇ ਰੂਪ ਬਣ ਜਾਂਦਾ ਹੈ। ਆਓ ਇੰਨੀਆਂ ਕੁ ਵਿਚਾਰਾਂ ਕਰਿਓ ਪ੍ਰਵਾਨ, ਬਾਕੀ ਕਰਾਂਗੇ ਵਿਚਾਰਾਂ ਕੱਲ ਨੂੰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ। ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਤੇ ਸਿਰ ਤੇ ਮੇਰਾ ਪ੍ਰਿਆਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ। ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਓ। ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਦੇ ਨਾਲ ਸਾਰੇ ਜੁੜੀਆਂ ਰਹਿਣ ਸੰਗਤਾਂ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਆਪ ਜੀ ਰਲ ਮਿਲ ਕੇ ਸਾਰੇ ਹੀ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋ। ਜੀ ਆਇਆਂ, ਧੰਨਵਾਦ। ਜੋ ਲਾਈਵ ਟੈਲੀਕਾਸਟ ਗੁਰਬਾਣੀ ਵਿਚਾਰ ਫੇਸਬੁੱਕ ਦੇ ਉੱਪਰ, YouTube ਦੇ ਉੱਪਰ ਗੁਰਬਾਣੀ ਦੀਆਂ ਵਿਚਾਰਾਂ ਦੇ ਲਾਹੇ ਲੈਂਦੇ ਹੋ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕਰ ਦਿਓ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ।